मनोहर लाल खट्टर जी ने बहुत ज़्यादा उन्होंने अपना घाटा कराया, बहुत ज़्यादा धक्का किया। किसान समझ चुका भी जे कानून रद्द ना होए तो पंजाब बर्बाद हो जाना। दिल्ली साडा कैपिटल आ ते जे असीं दिल्ली आके संघर्ष करना होवे ते मनोहर लाल खट्टर कौन हुंदा रोकण वाला सानू? किते ना किते जिहड़ा मैं समझदा भी हमेशा तो जिहड़ा दिल्ली है वो खास करके पंजाबी और पंजाब दे तां खिलाफ ही रही है। ਅੱਜ ਹਿੰਦੁਸਤਾਨ ਇਸ ਗੱਲ ਨੂੰ ਮੰਨ ਰਿਹਾ ਤੇ ਹਿੰਦੁਸਤਾਨ ਦੇ ਦੂਜੇ ਸੂਬਿਆਂ ਦੇ ਲੋਕ ਕਹਿ ਰਹੇ ਆ ਕਿ ਪੰਜਾਬ ਤੁਸੀਂ ਮੋਹਰੇ ਲੱਗੇ ਪੰਜਾਬੀਓ, ਅਸੀਂ ਤੁਹਾਡੇ ਪਿੱਛੇ ਆ ਤੇ ਤੁਸੀਂ ਨੰਬਰ ਲੈ ਗਏ ਆਪਣਾ। ਵੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਦਾ ਹੱਲ ਹੋਣਾ ਚਾਹੀਦਾ ਹੈ, ਕਿਉਂਕਿ ਜਿੰਨਾ ਇਹ ਜਿਹੜਾ ਹੈਗਾ ਇਹਨੂੰ ਲੰਬਾ ਲੈ ਕੇ ਜਾਣਗੇ ਉਨਾ ਹੀ ਜਿਹੜਾ ਅੰਦੋਲਨ ਹੈ ਹੋਰ ਤੇਜ਼ ਹੋਣਾ ਹੈ। ਪੰਜਾਬੀ ਤਾਂ ਸਦਾ ਹੀ ਸਰਬੱਤ ਦਾ ਭਲਾ ਮੰਗਦੇ ਆ, ਆਪਾਂ ਤਾਂ ਭਲਾ ਮੰਗਣ ਵਾਲੇ ਭਲਾ ਕਰਨ ਵਾਲੇ ਲੋਕ ਆ ਤੇ ਬਿਨਾਂ ਨੂੰ ਕੀ ਖਤਰਾ ਸਾਡੇ ਤੋਂ। ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬ ਦੇ ਬਜ਼ੁਰਗ ਤੇ ਨੌਜਵਾਨ ਇੱਥੇ ਪਹੁੰਚੇ ਹੋਏ ਆ ਤੇ ਵਜੇਦਿਆ ਜਿੰਨਾ ਚਿਰ ਮੋਦੀ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ, ਭਾਵੇਂ 10 ਦਿਨ ਤੇ ਚਾਹੇ 10 ਮਹੀਨੇ ਲੱਗ ਜਾਣ, ਇੱਥੇ ਅੜ ਕੇ ਬੈਠੇ ਹੋਏ ਆ। ਸਾਰੀਆਂ ਟਰਾਲੀਆਂ ਦੇ ਵਿੱਚ ਜਿਹੜਾ ਕਿ ਖਾਣਾ ਵੀ ਰੱਖਿਆ ਹੋਇਆ, ਇੱਥੇ ਬੀਬੀਆਂ ਬਜ਼ੁਰਗ ਲੰਗਰ ਬਣਾ ਰਹੀਆਂ ਤੇ ਨੌਜਵਾਨ ਖਾ ਰਹੇ ਆ। ਬੜੇ ਬਖੂਬੀ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਆ। ਸ਼੍ਰੋਮਣੀ ਅਕਾਲੀ ਦਲ ਤੋਂ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਜੀ ਵੀ ਜਿਹੜੇ ਹਲਕਾ ਨਕੋਦਰ ਤੋਂ ਤੇ ਸਰਦਾਰ ਬਲਦੇਵ ਸਿੰਘ ਖਹਿਰਾ ਜੀ ਹਲਕਾ ਫਲੋਰ ਤੋਂ ਐਮਐਲਏ ਸਾਹਿਬ ਇੱਥੇ ਪਹੁੰਚੇ ਆ। ਬਡਾਲਾ ਸਾਹਿਬ, ਇਹ ਜਿਹੜਾ ਅੰਦੋਲਨ ਚੱਲ ਰਿਹਾ ਇਸ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਕਿਉਂਕਿ ਜਦੋਂ ਪੰਜਾਬ ਤੋਂ ਸ਼ਾਂਤਮਈ ਤਰੀਕੇ ਨਾਲ ਕਿਸਾਨ ਤੁਰਿਆ, ਜੇਕਰ 2-2.5 ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੇ 1 ਰੁਪਏ ਦਾ ਨੁਕਸਾਨ ਵੀ ਪੰਜਾਬ ਦੀ ਪ੍ਰਾਪਰਟੀ ਦਾ ਨਹੀਂ ਕੀਤਾ, ਪਰ ਖੱਟੜ ਸਰਕਾਰ ਨੂੰ ਕੀ ਮਜਬੂਰੀ ਪੈ ਗਈ ਸੀ ਜਿਹੜਾ ਇੰਨੀਆਂ ਔਂਕੜਾਂ ਦਾ ਸਾਹਮਣਾ ਕਰਾਇਆ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ? ਦੇਖੋ, ਇਹ ਜਿਹੜਾ ਅੰਦੋਲਨ ਚੱਲਿਆ ਤਕਰੀਬਨ 3 ਮਹੀਨੇ ਹੋ ਗਏ ਚੱਲਦੇ ਨੂੰ, ਇਹਦੇ ਵਿੱਚ ਇੱਕ ਬਹੁਤ ਵਿਲੱਖਣ ਗੱਲ ਆਈ ਆ, ਜਿਹੜੇ ਕਿ ਹਰ ਸਿਆਣਾ ਜਿਹੜਾ ਵਿਅਕਤੀ ਆ, ਸਾਰੇ ਸਮਾਜ ਦੇ ਵਰਗ ਇਸ ਗੱਲ ਨੂੰ ਮਹਿਸੂਸ ਕਰ ਰਹੇ, ਅਹਿਸਾਸ ਕਰ ਰਹੇ ਆ ਕਿ ਇਹ ਅੰਦੋਲਨ ਬੜਾ ਅਨੁਸ਼ਾਸਨ ਵਾਲਾ ਅੰਦੋਲਨ ਰਿਹਾ। ਇਸ ਅੰਦੋਲਨ ਵਿੱਚ, ਇਸ ਸੰਘਰਸ਼ ਵਿੱਚ, ਵਿਰੋਧ ਵਿੱਚ, ਚਾਹੇ ਰੇਲ ਲਾਈਨਾਂ ਬੰਦ ਕਰਤੀਆਂ, ਰੇਲ ਪਟੜੀਆਂ, ਸਟੇਸ਼ਨ ਬੰਦ ਹੋ ਗਏ, ਆਪਣੇ ਟੋਲ ਪਲਾਜ਼ੇ ਜਾਮ ਕਰਤੇ, ਹਾਈਵੇ ਬੰਦ ਕਰਤੇ, ਪੁਲ ਬੰਦ ਕਰਤੇ, ਪਰ ਕਿਸੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਹੀਂ ਕੀਤਾ, ਕਿਸੇ ਵਿਅਕਤੀ ਦਾ ਕੋਈ ਨੁਕਸਾਨ ਨਹੀਂ ਕੀਤਾ, ਕੋਈ ਵੀ ਹੁੱਲੜਬਾਜ਼ੀ ਨਹੀਂ ਕੀਤੀ, ਕੋਈ ਭੰਨਤੋੜ ਨਹੀਂ ਹੋਈ। ਇਦੋਂ ਹੋਰ ਕਿਹੜੀ ਸਿਫਤ ਕਰੀਏ ਇਹਨਾਂ ਕਿਸਾਨ ਬਜ਼ੁਰਗਾਂ ਦੀ, ਆਪਣੇ ਭਰਾਵਾਂ ਦੀ, ਆਪਣੇ ਪਰਿਵਾਰਾਂ ਦੀ। ਇਹ ਹੈਗੀ ਆ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਉਹਨਾਂ ਨੇ ਤੇ ਆਪਣਾ ਵਿਰੋਧ ਵੀ ਲਗਾਤਾਰ ਕਰਦੇ ਰਹੇ, ਲੇਕਿਨ ਮਨੋਹਰ ਲਾਲ ਖੱਟੜ ਜੀ ਨੇ ਬਹੁਤ ज़्यादा ਉਹਨਾਂ ਨੇ ਆਪਣਾ ਘਾਟਾ ਕਰਾਇਆ, ਬਹੁਤ ਜ਼ਿਆਦਾ ਧੱਕਾ ਕੀਤਾ। ਉਹਨਾਂ ਨੇ ਗੈਰ ਜਮਹੂਰੀਅਤ ਤਰੀਕੇ ਦੇ ਨਾਲ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ, ਜੋ ਗੈਰ ਸੰਵਿਧਾਨਕ ਵੀ ਆ ਤੇ ਮੈਂ ਕਹੂੰਗਾ ਗੈਰ ਕਾਨੂੰਨੀ ਵੀ ਆ, ਇਲੀਗਲ ਆ। ਜੇ ਮਨੋਹਰ ਲਾਲ ਖੱਟੜ ਜੀ ਆਪਾਂ ਨੂੰ ਸੰਵਿਧਾਨ ਕਹਿੰਦਾ ਕਿ ਆਪਾਂ ਪ੍ਰੋਟੈਸਟ ਕਰ ਸਕਦੇ ਆ, ਆਪਾਂ ਪੀਸਫੁਲ ਸੰਘਰਸ਼ ਕਰ ਸਕਦੇ ਆ, ਕਿੰਨੀ ਦੇਰ ਪ੍ਰੋਟੈਸਟ ਚੱਲਦੇ ਆ। ਹੁਣ ਜੇ ਦਿੱਲੀ ਦੀ ਰਾਜਧਾਨੀ ਨੇ, ਪਾਰਲੀਮੈਂਟ ਨੇ ਕਾਨੂੰਨ ਬਣਾਏ ਆ ਤੇ ਸਾਡੀ ਗੱਲ ਸੁਣੀ ਨਹੀਂ ਆਪਣੇ ਕੇਂਦਰ ਸਰਕਾਰ ਨੇ, ਦਿੱਲੀ ਨੇ, ਤੇ ਫਿਰ ਅਸੀਂ ਦਿੱਲੀ ਆ ਕੇ, ਸਾਡੀ ਰਾਜਧਾਨੀ ਆ, ਅਸੀਂ ਪੰਜਾਬ ਦੇ ਆਪਣੇ ਵਸਿੰਦੇ ਆ, ਨਾਗਰਿਕ ਆ ਹਿੰਦੁਸਤਾਨ ਦੇ, ਦਿੱਲੀ ਸਾਡਾ ਕੈਪੀਟਲ ਆ ਤੇ ਜੇ ਅਸੀਂ ਦਿੱਲੀ ਆ ਕੇ ਸੰਘਰਸ਼ ਕਰਨਾ ਹੋਵੇ ਤੇ ਮਨੋਹਰ ਲਾਲ ਖੱਟਰ ਕੌਣ ਹੁੰਦਾ ਰੋਕਣ ਵਾਲਾ ਸਾਨੂੰ? ਖੱਟੜ ਨੇ ਐਲਾਨ ਕੀਤਾ ਸੀ ਵੀ ਮੈਂ ਹਰਿਆਣੇ ਵਿੱਚ ਹੀ ਲੰਘਣ ਨਹੀਂ ਦੇਣਾ ਪੰਜਾਬ ਦੇ ਕਿਸਾਨਾਂ ਨੂੰ, ਪਰ ਪੰਜਾਬ ਦੇ ਨੌਜਵਾਨਾਂ ਨੇ ਸੜਕਾਂ ਦੀਆਂ ਛਾਤੀਆਂ ਚੀਰਦੇ ਦਿੱਲੀ ਤੱਕ ਆ ਗਏ। ਹੁਣ ਜਦੋਂ ਇੱਥੇ ਬਾਰਡਰ ਤੇ ਆ ਕੇ ਬੈਠ ਗਏ ਤੇ ਹੁਣ ਮਿਹਨਤਾਂ ਕਰ ਰਹੀ ਆ ਕੇਂਦਰ ਸਰਕਾਰ ਵੀ ਤੁਸੀਂ ਇੱਥੋਂ ਉੱਠੋ ਤੇ ਗਰਾਊਂਡਾਂ ਵਿੱਚ ਆ ਕੇ ਬੈਠ ਜਾਓ। ਹੁਣ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ? ਦੇਖੋ, ਜਿਹੜਾ ਨਾ ਮਨੋਹਰ ਲਾਲ ਖੱਟਰ ਜੀ ਨੂੰ ਪੰਜਾਬ ਦੇ ਜਜ਼ਬੇ ਦਾ ਨਹੀਂ ਸੀ ਪਤਾ, ਉਹਨਾਂ ਨੂੰ ਪਤਾ ਨਹੀਂ ਕਿਉਂ ਆਪਣੇ ਇਸ ਗੱਲੋਂ ਭੁਲੇਖੇ 'ਚ ਰਹੇ ਹੋ। ਜਿਹੜਾ ਉੱਥੇ ਉਹਨਾਂ ਨੇ ਬਾਰਡਰ ਤੇ ਬੈਰੀਕੇਡ ਤੋੜੇ, ਜਿਹੜੇ ਆਪਣੇ ਜੋ ਵੀ ਰੋਕਾਂ ਸੀ ਉਹਨਾਂ ਨੇ ਹਟਾਈਆਂ, ਚਲੋ ਉਹਨਾਂ ਨੇ ਤਰੀਕੇ ਨਾਲ ਹਟਾਈਆਂ, ਕੋਈ ਨੁਕਸਾਨ ਕਿਸੇ ਦਾ ਨਹੀਂ ਕੀਤਾ, ਉਹਨਾਂ ਨੇ ਆਪਣਾ ਰਾਹ ਖੋਲ੍ਹਿਆ ਤੇ ਲੇਕਿਨ ਖੱਟੜ ਸਾਹਿਬ ਨੂੰ ਇਹ ਕਰਨਾ ਨਹੀਂ ਸੀ ਚਾਹੀਦਾ। ਪਹਿਲਾਂ ਤਾਂ ਉਹਨਾਂ ਨੇ ਗਲਤ ਕੀਤਾ, ਫਿਰ ਖੱਟੜ ਸਾਹਿਬ ਫਿਰ ਉਸ ਤੋਂ ਬਾਅਦ ਦੁਬਾਰਾ ਗਲਤ ਹੋ ਗਏ ਜਦ ਅਮਿਤ ਸ਼ਾਹ ਜੀ ਨੇ ਕਹਿ ਤਾ ਕਿ ਬਰਾਰੀ ਜਾ ਕੇ ਬੈਠ ਜਾਓ। ਜੇ ਅਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਕਹਿ ਰਿਹਾ ਕਿਸਾਨਾਂ ਨੂੰ ਬਰਾਰੀ ਜਾ ਕੇ ਬੈਠੋ ਤੇ ਮਨੋਹਰ ਲਾਲ ਖੱਟੜ ਨੂੰ ਰੋਕਣ ਦੀ ਕੀ ਲੋੜ ਸੀ? ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਮੁੱਖ ਮੰਤਰੀ ਹਰਿਆਣੇ ਦਾ, ਤੇਰਾ ਦੇਸ਼ ਦਾ ਹੋਮ ਮੰਤਰੀ ਜਿਹੜਾ ਆਪਣੇ ਗ੍ਰਹਿ ਮੰਤਰੀ ਕਹਿ ਰਿਹਾ ਕਿ ਬਰਾਰੀ ਬੈਠੋ ਆ ਕੇ, ਦੈਟ ਮੀਨਸ ਉਹ ਚਾਹੁੰਦਾ ਕਿ ਕਿਸਾਨਾਂ ਨੂੰ ਸੇਫ ਪੈਸੇਜ ਬਰਾਰੀ ਤੱਕ ਦਿੱਤਾ ਜਾਵੇ। ਸੋ ਇਸ ਲਈ ਖੱਟੜ ਸਾਹਿਬ ਬਹੁਤ ਗਲਤ ਹੋ ਗਏ, ਉਹਨਾਂ ਨੇ ਆਪਣਾ ਘਾਟਾ ਕਰਾਇਆ, ਆਪਣੀ ਬਦਨਾਮੀ ਕਰਾਈ ਤੇ ਕਿਸਾਨੀ ਜਜ਼ਬੇ ਦਾ ਪਤਾ ਨਹੀਂ ਸੀ ਉਹਨਾਂ ਨੂੰ। ਤੇ ਬੜਾ ਉਹਨਾਂ ਦੀ ਵਡਿਆਈ ਕਰਨੀ ਚਾਹੀਦੀ, ਸਿਫਤ ਹੋਣੀ ਚਾਹੀਦੀ ਕਿਸਾਨਾਂ ਦੀ, ਪੰਜਾਬੀਆਂ ਦੀ, ਹਰਿਆਣਵੀਆਂ ਦੀ, ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਸੰਘਰਸ਼ ਕਰਕੇ ਦਿੱਲੀ ਰਾਜਧਾਨੀ, ਜੇ ਹੁਣ ਇੰਨੀ ਪੁਲਿਸ ਲਾਈ ਉਹਨਾਂ ਨੇ, ਪੈਰਾਮਿਲਟਰੀ ਫੋਰਸਿਸ ਲਾਈਆਂ, ਕਹਿੰਦੇ CRPF ਲਾਤੀ, BSF ਲਾਤੀ, ਪਰ ਦੇਖੋ ਜਦੋਂ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਦੇ, ਆਰਾਮ ਨਾਲ ਟਰਾਲੀਆਂ ਜਾ ਰਹੇ ਆ, ਗੱਡੀਆਂ ਜਾ ਰਹੇ ਆ ਤੇ ਆਪਣੇ ਉਹ ਵਾਹਨਾਂ ਜਾ ਰਹੇ ਆ, ਸਰਕਾਰ ਨੂੰ ਰੋਕਣ ਦੀ ਕੀ ਲੋੜ ਆ? ਸੋ ਸਰਕਾਰ ਨੂੰ ਰੋਕਣਾ ਨਹੀਂ ਚਾਹੀਦਾ, ਹਰਿਆਣੇ ਨੂੰ ਸਗੋਂ ਮਦਦ ਕਰਨੀ ਚਾਹੀਦੀ ਸੀਗੀ, ਪਰ ਚਲੋ ਉਹ ਤਾਂ ਹੁਣ ਜਿਹੜਾ ਵੇਲਾ ਬੀਤ ਗਿਆ। ਹੁਣ
ਚਾਹੇ ਬਰਾੜੀ ਜਾਣਾ ਨਹੀਂ ਜਾਣਾ ਉਹ ਕਿਸਾਨ ਜਥੇਬੰਦੀਆਂ ਦਾ ਫੈਸਲਾ, ਪਰ ਇਹਦੇ ਵਿੱਚ ਕੇਂਦਰ ਸਰਕਾਰ ਨੂੰ ਹੁਣ ਦੇਰ ਨਹੀਂ ਕਰਨੀ ਚਾਹੀਦੀ। ਜੇ 3 ਤਰੀਕ ਦੀ ਮੀਟਿੰਗ 1 ਤਰੀਕ ਤੱਕ ਕਰਤੀ, ਇਹ ਵੀ ਇੱਕ ਪੋਜ਼ਿਟਿਵ ਸਟੈਪ ਆ, ਅਸੀਂ ਚੰਗਾ ਸਮਝਦੇ ਆ ਵੀ 2 ਦਿਨ ਪਹਿਲਾਂ ਕਰਤੀ ਆ, ਪਰ ਜੇ 2 ਦਿਨ ਪਹਿਲਾਂ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਕੇਂਦਰ ਸਰਕਾਰ ਆਪਣਾ ਮਨ ਬਣਾ ਕੇ ਜਾਵੇ ਕਿ ਅਸੀਂ ਜੋ ਕਿ ਆਪਣੇ ਕਿਸਾਨ ਜਥੇਬੰਦੀਆਂ ਮੰਗ ਰਹੀਆਂ, ਸਾਰੀਆਂ ਦੇਸ਼ ਦੀਆਂ ਹੁਣ 500 ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਸਾਰੇ ਆਪਣੇ ਸੂਬਿਆਂ ਤੋਂ ਲੋਕ ਆ ਰਹੇ ਆ, ਫਿਰ ਕੇਂਦਰ ਸਰਕਾਰ ਨੂੰ ਹੁਣ ਢਿੱਲ ਨਹੀਂ ਕਰਨੀ ਚਾਹੀਦੀ, ਇਹ ਮੰਗਾਂ ਪ੍ਰਵਾਨ ਕਰ ਲੈਣੀ ਚਾਹੀਦੀ MSP ਦੀਆਂ, ਆਪਣੇ ਜਿਹੜੇ ਆ ਮੰਡੀਕਰਨ ਸਿਸਟਮ ਦੀਆਂ, ਜਾਂ ਜੋ ਵੀ ਹੋਰ ਕਿਸਾਨ ਕਹਿੰਦੇ ਆ ਕਰਕੇ ਕਿਸਾਨ ਜਾਇਜ਼ ਮੰਗ ਕਰ ਰਹੇ ਆ, ਕੋਈ ਗਲਤ ਨਹੀਂ ਮੰਗ ਕਰ ਰਹੇ। ਖਹਿਰਾ ਸਾਹਿਬ, ਪੰਜਾਬ ਦੇ ਕਿਸਾਨ ਫਿਰ ਹਰਿਆਣਾ, ਹੁਣ ਰਾਜਸਥਾਨ ਤੇ ਯੂਪੀ ਦੇ ਚਾਰੇ ਪਾਸਿਓਂ ਦਿੱਲੀ ਤੇ ਵਿੱਚ ਕਿਸਾਨਾਂ ਨੇ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਆ, ਤੇ ਕੇਂਦਰ ਸਰਕਾਰ ਕਿਉਂ ਇੰਨਾ ਜਿਹੜਾ ਕਿ ਅਜੇ ਵੀ ਅੜੀਆ ਰੁੱਖ ਅਪਣਾ ਰਹੀ ਹੈ? ਇਸ ਤੇ ਤੁਹਾਡਾ ਕੀ ਸਪਸ਼ਟੀਕਰਨ, ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ? ਪਹਿਲੀ ਗੱਲ ਤਾਂ ਜਿਹੜਾ ਪੰਜਾਬ ਹੈ ਜਾਂ ਬਾਕੀ ਸਟੇਟਾਂ, ਜਿੰਨਾ ਕਿ ਦੇਸ਼ BJP ਵਾਲਿਆਂ ਦਾ ਉਨਾ ਹੀ ਕਿਸਾਨਾਂ ਦਾ ਤੇ ਉਨਾ ਹੀ ਬਾਕੀ ਸਾਰੇ ਲੋਕਾਂ ਦਾ ਹੈ। ਖਾਸ ਕਰਕੇ ਜਿਹੜਾ 2-2.5 ਮਹੀਨੇ ਪਹਿਲਾਂ ਤੋਂ ਜਿਹੜਾ ਅੰਦੋਲਨ ਚੱਲ ਰਿਹਾ, ਸੈਂਟਰ ਗਵਰਨਮੈਂਟ ਨੂੰ ਸਾਰਾ ਪਤਾ ਸੀ ਔਰ ਇੱਕ ਇੱਕ ਚੀਜ਼ ਦਾ ਪਤਾ ਸੀ। ਉਹਨੂੰ ਅੱਜ ਵੀ ਪਤਾ ਹੈ ਵੀ ਕਿੰਨੇ ਲੋਕ ਸੜਕਾਂ ਤੇ, ਕਿੰਨੇ ਬਜ਼ੁਰਗ ਸੜਕਾਂ ਤੇ ਨੇ ਤੇ ਕਿਹੜੀਆਂ ਹਾਲਾਤਾਂ ਦੇ ਵਿੱਚ ਉਹ ਗੁਜ਼ਰੇ ਨੇ। ਕਿਤੇ ਨਾ ਕਿਤੇ ਜਿਹੜਾ ਮੈਂ ਸਮਝਦਾ ਵੀ ਹਮੇਸ਼ਾ ਤੋਂ ਜਿਹੜਾ ਦਿੱਲੀ ਹੈ ਉਹ ਖਾਸ ਕਰਕੇ ਪੰਜਾਬੀ ਔਰ ਪੰਜਾਬ ਦੇ ਤਾਂ ਖਿਲਾਫ ਹੀ ਰਹੀ ਹੈ, ਔਰ ਹੁਣ ਜਿਹੜਾ ਇੰਨੇ ਦੁੱਖਾਂ ਤਕਲੀਫਾਂ ਦੇ ਵਿੱਚ ਜਿਹੜੇ ਕਿਸਾਨ ਰੋਡਾਂ ਤੇ ਬੈਠੇ ਆ, ਔਰ ਐਡੀ ਇਹਨਾਂ ਦੀ ਕੈਬਨਿਟ ਹੈ, ਐਡੇ ਵਜ਼ੀਰ ਬੈਠੇ ਨੇ, ਇੰਨਾ ਇਹਨਾਂ ਦਾ ਇਨਫਰਾਸਟ੍ਰਕਚਰ ਹੈ, ਇਹਨੂੰ ਹਜੇ ਤੱਕ ਵੀ ਨਹੀਂ ਲੱਗ ਰਿਹਾ ਵੀ ਜਿਹੜਾ ਇਹਦਾ ਕੀ ਹੱਲ ਹੋਣਾ ਚਾਹੀਦਾ। ਜਿਨ੍ਹਾਂ ਲਈ ਕਾਨੂੰਨ ਬਣਾਇਆ ਉਹ ਖੁਸ਼ ਨਹੀਂ ਹੈਗੇ, ਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ, AC ਕਮਰੇ 'ਚ ਬੈਠ ਕੇ ਜਿਹਨੇ ਬਣਾ ਤੁਹਾਨੂੰ ਪਤਾ ਨਹੀਂ ਵੀ ਕਿਸਾਨ ਦੀਆਂ ਸਮੱਸਿਆਵਾਂ ਹੁੰਦੀਆਂ ਕੀ ਹੈ। ਔਰ ਮੈਂ ਸਮਝਦਾ ਵੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਦਾ ਹੱਲ ਹੋਣਾ ਚਾਹੀਦਾ ਹੈ, ਕਿਉਂਕਿ ਜਿੰਨਾ ਇਹ ਜਿਹੜਾ ਹੈਗਾ ਇਹਨੂੰ ਲੰਬਾ ਲੈ ਕੇ ਜਾਣਗੇ ਉਨਾ ਹੀ ਜਿਹੜਾ ਅੰਦੋਲਨ ਹੈ ਹੋਰ ਤੇਜ਼ ਹੋਣਾ ਹੈ। ਜੇ ਸਮਝਦੇ ਨੇ ਵੀ ਸ਼ਾਇਦ ਲੇਟ ਕਰਨ ਨਾਲ, ਰੋਕਣ ਦੇ ਨਾਲ, ਬਾਰਡਰ ਬੰਦ ਕਰਨ ਦੇ ਨਾਲ ਰੁਕ ਜਾਣਗੇ, ਉਹ ਰੁਕਣੇ ਨਹੀਂ ਨੇ। ਜੇ ਅੱਜ ਇੱਥੇ 5 ਲੱਖ ਬੰਦਾ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ 10 ਹੋਣਾ, 15 ਹੋਣਾ, ਔਰ ਸਭ ਤੋਂ ਵੱਡੀ ਗੱਲ ਜਿੰਨੇ ਵੀ ਕਿਸਾਨ ਆਏ ਨੇ 6-6 ਮਹੀਨੇ ਦਾ ਰਾਸ਼ਨ ਲੈ ਕੇ ਆਏ ਨੇ ਨਾਲ, ਔਰ ਜਿਨ੍ਹਾਂ ਦਾ ਖਤਮ ਵੀ ਹੋ ਰਿਹਾ ਉਹ ਮਗਰੋਂ ਜਿਹੜਾ ਹੈਗਾ ਉਹ ਪਿੱਛੋਂ ਜਿਹੜਾ ਹੈਗਾ ਉਹ ਲੈ ਕੇ ਪਹੁੰਚੇ। ਹੋਰ ਵੀ ਜਜ਼ਬਾ ਦੇਖਣ ਨੂੰ ਮਿਲਿਆ, ਇੱਕ ਹੀ ਘਰ ਦੇ ਵਿੱਚੋਂ ਮਾਂ ਵੀ ਆਈ ਆ, ਪਿਓ ਵੀ ਆਇਆ, ਪੁੱਤ ਵੀ ਆਇਆ, ਤੇ ਉਹ ਕਹਿ ਰਿਹਾ ਕਿ ਅਸੀਂ ਵਾਪਸ ਜਾਵਾਂਗੇ, ਫਿਰ ਵਾਪਸ ਮੁੜ ਕੇ ਆਵਾਂਗੇ, ਅਸੀਂ ਉਹਨਾਂ ਚਿਰ ਵਾਪਸ ਮੁੜਨਾ ਹੀ ਨਹੀਂ ਜਿੰਨਾ ਚਿਰ ਫੈਸਲਾ ਵਾਪਸ ਨਹੀਂ ਹੁੰਦਾ। ਪਰ ਦੇਖੋ ਕਿਸਾਨ ਸਮਝ ਚੁੱਕਾ ਵੀ ਜੇ ਕਾਨੂੰਨ ਰੱਦ ਨਾ ਹੋਏ ਤਾਂ ਪੰਜਾਬ ਬਰਬਾਦ ਹੋ ਜਾਣਾ। ਜੇ ਪੰਜਾਬ ਬਰਬਾਦ ਹੋ ਗਿਆ ਤਾਂ ਕਿਸਾਨੀ ਬਰਬਾਦ ਹੋ ਜਾਣੀ, ਔਰ ਸਾਰੇ ਪਰਿਵਾਰ ਜਿਹੜੇ ਨੇ ਉਹ ਬਹੁਤ ਨਿਘਾਰ ਵੱਲ ਚਲੇ ਜਾਣੇ ਨੇ। ਇਹਦੇ ਲਈ ਉਹ ਕਿਤੇ ਨਾ ਕਿਤੇ ਸਮਝ ਚੁੱਕੇ, ਉਹਦਾ ਦਿਲੋਂ ਜਜ਼ਬਾ ਹੈ, ਕੋਈ ਦਿਖਾਵਾ ਨਹੀਂ ਹੈ। ਇਹਦੇ ਲਈ ਇਹੀ ਅਸੀਂ ਤਾਂ ਸੈਂਟਰ ਨੂੰ ਅਪੀਲ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹਦਾ ਜਿਹੜਾ ਹੈਗਾ ਹੱਲ ਕੀਤਾ ਜਾਵੇ, ਤਾਂ ਕਿ ਜਿਹੜੇ ਕਿਸਾਨ ਨੇ ਉਹ ਦੁਬਾਰਾ ਆਪਣੇ ਪਰਿਵਾਰਾਂ ਦੇ ਵਿੱਚ ਪਰਤ ਸਕਣ। ਰਾਣਾ ਸਾਹਿਬ, ਰਾਹੁਲ ਗਾਂਧੀ ਤੇ ਕੇਜਰੀਵਾਲ ਵੀ ਕਹਿੰਦੇ ਸੀ ਪੰਜਾਬ ਦੇ ਵਿੱਚ 70-80% ਨਸ਼ੇੜੀ ਨੌਜਵਾਨ ਹੈਗੇ ਆ, ਪਰ ਅੱਜ ਜਿਹੜਾ ਨੌਜਵਾਨ ਇੱਥੇ ਆਏ ਆ, ਜੇ ਨਸ਼ੇੜੀ ਨੌਜਵਾਨ ਹੁੰਦੇ ਤਾਂ ਇਸ ਤਰ੍ਹਾਂ ਹਿੱਕਾ ਚੀਰ ਤਾਂ ਨਹੀਂ ਪਹੁੰਚਣਾ ਸੀ ਦਿੱਲੀ ਤੱਕ। ਬਿਲਕੁਲ ਸਹੀ ਆਖਿਆ ਹਰਦੀਪ ਸਿੰਘ ਤੋਂ। ਸਭ ਤੋਂ ਵੱਡੀ ਗੱਲ ਇਸ ਸੰਘਰਸ਼ ਵਿੱਚੋਂ ਨਿਕਲੀ ਆ ਕਿ ਜਿਹੜਾ ਨਾ ਕਹਿੰਦੇ ਸੀ ਪੰਜਾਬ ਦਾ ਨੌਜਵਾਨ ਵਿਹਲਾ ਆ ਜਾਂ ਨਸ਼ੇ ਦੇ ਆਦੀ ਹੋ ਗਿਆ। ਰਾਹੁਲ ਗਾਂਧੀ ਨੇ ਬਹੁਤ ਗਲਤ ਸਟੇਟਮੈਂਟ ਦਿੱਤੀ ਕਿ 70-80% ਪੰਜਾਬ ਨਸ਼ਾ ਕਰਦਾ ਆ। ਇਹ ਸਾਬਤ ਕਰਤਾ, ਪਹਿਲਾਂ ਸਾਬਤ ਕੀਤਾ ਜਦੋਂ ਹੜ੍ਹ ਆਏ ਸੀਗੇ, ਜਦੋਂ ਆਪਣੇ ਪੰਜਾਬ 'ਚ ਹੜ੍ਹ ਆਏ, ਸਾਰਾ ਪੰਜਾਬ ਖਾਸ ਕਰ ਨੌਜਵਾਨ ਵਰਗ ਉਹਨਾਂ ਨੇ ਜਾ ਕੇ ਬੰਨ ਬੰਨਿਆ ਬਾਬਿਆਂ ਨਾਲ, ਸੰਤਾਂ ਦੇ ਨਾਲ, ਉਹਨਾਂ ਨੇ ਮਦਦ ਕੀਤੀ ਆ। ਸਰਕਾਰ ਦਾ ਕੋਈ ਵੱਡਾ ਰੋਲ ਨਹੀਂ ਸੀਗਾ। ਤੇ ਦੂਸਰਾ ਜਿਹੜਾ ਟੈਸਟ ਆਇਆ ਪੰਜਾਬ ਦੇ ਨੌਜਵਾਨੀ ਦਾ, ਪੰਜਾਬ ਦੀ ਕਿਸਾਨੀ ਦਾ ਜਾਂ ਪੰਜਾਬੀਆਂ ਦਾ, ਇਹ ਟੈਸਟ ਆ ਕਿਸਾਨੀ ਦਾ ਸੰਘਰਸ਼ ਜਿਹੜਾ ਇਹਦੇ ਵਿੱਚ ਆਇਆ। ਇਸ ਟੈਸਟ ਵਿੱਚ ਵੀ ਬਿਲਕੁਲ ਸੁਰਖਰੂ ਹੋ ਕੇ ਨਿਕਲੇ ਆ। ਇੱਥੋਂ ਤੱਕ ਕਿ ਪੰਜਾਬ ਨੂੰ ਲੀਡ ਕੀਤਾ, ਆਪਣੇ ਪੰਜਾਬ ਦੇ ਜਿਹੜੇ ਕਿਸਾਨਾਂ ਨੇ, ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਨੂੰ ਲੀਡ ਕੀਤਾ, ਦੇਸ਼ ਨੂੰ ਲੀਡ ਕੀਤਾ। ਅੱਜ ਹਿੰਦੁਸਤਾਨ ਇਸ ਗੱਲ ਨੂੰ ਮੰਨ ਰਿਹਾ, ਹਿੰਦੁਸਤਾਨ ਦੇ ਦੂਜੇ ਸੂਬਿਆਂ ਦੇ ਲੋਕ ਕਹਿ ਰਹੇ ਆ ਕਿ ਪੰਜਾਬ ਤੁਸੀਂ ਮੋਹਰੇ ਲੱਗੇ ਹੋ, ਪੰਜਾਬੀਓ ਅਸੀਂ ਤੁਹਾਡੇ ਪਿੱਛੇ ਆ, ਤਾਂ ਤੁਸੀਂ ਨੰਬਰ ਲੈ ਗਏ ਆਪਣਾ। ਸੋ ਉਹ ਤਾਂ ਜਿਹੜੀ ਗੱਲਾਂ ਕਰਦੇ ਸੀਗੇ ਕਿ ਨਸ਼ਾ ਕਰਦੇ ਨੇ, ਨਸ਼ਾ ਸਾਰੇ ਪਾਸੇ ਹੈਗਾ ਆ, ਪਰ ਪੰਜਾਬ ਤੇ ਜਿਹੜੀ ਮੋਹਰ ਲੱਗਦੀ ਹੈ ਨਾ, ਹੁਣ ਕਹਿੰਦੇ ਆ ਤੁਸੀਂ ਆਪਣੇ ਹੁੱਲੜਬਾਜ਼ੀ ਕਰਦੇ ਹੋ, ਅੱਤਵਾਦੀ ਹੋ, ਵੱਖਵਾਦੀ ਹੋ, ਉਹ ਗੱਲ ਕਿੱਥੇ ਗਈ? ਅਸੀਂ ਦੇਸ਼ ਭਗਤ ਆ, ਇਹ ਦੇਸ਼ ਸਾਡਾ ਆ, ਦਿੱਲੀ ਸਾਡੀ ਰਾਜਧਾਨੀ ਆ, ਤੇ ਅਸੀਂ ਆਪਣੀ ਰਾਜਧਾਨੀ ਜਾ ਸਕਦੇ ਆ, ਅਸੀਂ ਮੰਗ ਕਰ ਸਕਦੇ ਆ ਜਿੱਦਾਂ ਬਾਕੀ ਦੇਸ਼ ਸੂਬਿਆਂ ਦੇ ਅਧਿਕਾਰ ਆ, ਆਪਣੇ ਪੰਜਾਬ ਦੇ ਵੀ ਉਹਨੇ ਅਧਿਕਾਰ ਆ। ਜੇ ਸਾਡੇ ਮੈਂਬਰ ਪਾਰਲੀਮੈਂਟ ਘੱਟ ਆ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੇਸ਼ ਨੂੰ ਵੱਖਰੇ ਆ, ਅਸੀਂ ਦੇਸ਼ ਦਾ ਅਟੁੱਟ ਹਿੱਸਾ ਆ। ਸੋ ਦੇਸ਼ ਦੇ ਹੁਕਮਰਾਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਬਾਰਡਰ ਦਾ ਸਟੇਟ ਆ, ਕਿ ਆਪਣੇ ਪੰਜਾਬੀਆਂ ਨੇ ਬਹੁਤ ਵੱਡੀ ਜਿਹੜੀ ਹੈਗੀ ਆ ਸੰਘਰਸ਼ਾਂ ਵਿੱਚੋਂ ਨਿਕਲ ਕੇ ਯੋਗਦਾਨ ਪਾਇਆ ਹਿੰਦੁਸਤਾਨ ਵਾਸਤੇ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਹਰਾ ਦਾ ਭੁੱਖਮਰੀ ਦੂਰ ਕੀਤੀ, ਆਪਣੀਆਂ ਜ਼ਮੀਨਾਂ ਖਰਾਬ ਕਰ ਲਈਆਂ, ਪਾਣੀ ਆਪਣਾ ਜਿਹੜਾ ਖਤਮ ਹੋਣ ਦੇ ਕਿਨਾਰੇ ਚਲਾ ਗਿਆ। ਹੋਰ ਸਾਡਾ ਕੀ ਟੈਸਟ ਲੈਣਾ ਹੁਣ ਦੇਸ਼ ਦੀ ਸਰਕਾਰਾਂ ਨੇ? ਸੋ ਇਸ ਕਰਕੇ ਪੰਜਾਬੀਆਂ ਦਾ ਜਜ਼ਬਾ
ਸਪਿਰਿਟ ਅੱਜ ਫੇਰ ਤਕੜੀ ਹੋ ਕੇ ਉਜਾਗਰ ਹੋਈ ਹੈ। ਤੇ ਸਭ ਤੋਂ ਵੱਡੀ ਗੱਲ, ਪੰਜਾਬੀ ਤਾਂ ਸਦਾ ਹੀ ਸਰਬੱਤ ਦਾ ਭਲਾ ਮੰਗਦੇ ਆ। ਆਪਾਂ ਤਾਂ ਭਲਾ ਮੰਗਣ ਵਾਲੇ, ਭਲਾ ਕਰਨ ਵਾਲੇ ਲੋਕ ਆ। ਤੇ ਬਿਨਾਂ ਨੂੰ ਕੀ ਖਤਰਾ ਸਾਡੇ ਤੋਂ? ਇਹ ਸਾਡੀਆਂ ਗੱਲਾਂ ਮੰਨਣ ਤੇ ਪੰਜਾਬ ਨੂੰ ਬਦਨਾਮ ਨਾ ਕਰਨ, ਪੰਜਾਬ ਨੂੰ ਉਹਦਾ ਹੱਕ ਦੇਣ। ਚਲੋ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਸਾਡੇ ਹੱਕ ਨੂੰ ਜ਼ਿਆਦਾ ਦਿਓ, ਦੇਣਾ ਜ਼ਿਆਦਾ ਚਾਹੀਦਾ ਪੰਜਾਬ ਨੂੰ ਜੇ ਪੰਜਾਬ ਸੇਵਾ ਕਰ ਰਿਹਾ, ਲੇਕਿਨ ਕਮ ਸੇ ਕਮ ਸਾਡਾ ਹੱਕ ਤਾਂ ਦਿਓ। ਦਿੱਲੀ ਵਾਲਿਓ, ਅਸੀਂ ਹੱਕ ਮੈਂ ਲੈਣ ਆਏ ਤੁਹਾਡੇ ਤੋਂ। ਕਿੱਡੀ ਕੀ ਗੱਲ ਆ, ਤੁਸੀਂ 3 ਲੱਖ ਕਰੋੜ NPA ਉਦਯੋਗਪਤੀਆਂ ਦਾ ਇਹ ਸਰਕਾਰ ਨੇ ਮਾਫ ਕੀਤਾ। 3 ਲੱਖ ਕਰੋੜ। ਤੇ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਹੋ ਸਕਦਾ? ਉਹ ਤਾਂ ਬਹੁਤ ਥੋੜਾ ਆ, ਕੁਛ ਕੋ ਆਪਣੇ 1000 ਕਰੋੜ ਹੋਊਗਾ। ਇਹ ਮੋਦੀ ਸਰਕਾਰ ਕੱਲੀ ਉਦਯੋਗਪਤੀਆਂ ਦੀ ਸਰਕਾਰ ਨਹੀਂ, ਇਹ ਕਿਸਾਨਾਂ ਦੀ ਸਰਕਾਰ ਵੀ ਆ। ਕਿਸਾਨਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਬਣਾਇਆ। ਸੋ ਇਸ ਕਰਕੇ ਪੰਜਾਬ ਦੇ ਜਿਹੜੇ ਮਸਲੇ ਆ, ਕੇਂਦਰ ਸਰਕਾਰ ਨੂੰ ਉੱਤੇ ਗੰਭੀਰ ਹੋਣਾ ਚਾਹੀਦਾ। ਇਹ ਸਾਰੇ ਸਾਂਝੇ ਮਸਲੇ ਨੇ, ਹਰਿਆਣੇ ਦੇ, ਯੂਪੀ ਦੇ, ਰਾਜਸਥਾਨ, ਕੇਰਲਾ ਦੇ, ਕਰਨਾਟਕ ਦੇ, ਸਾਰਿਆਂ ਦੇ 500 ਜਥੇਬੰਦੀਆਂ ਇਸ ਸੰਘਰਸ਼ ਵਿੱਚ ਆ। ਅਸੀਂ ਬਤੌਰ ਕਿਸਾਨ ਬਣ ਕੇ ਆਏ ਆ, ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਰਕੇ ਅਸੀਂ ਕਿਸਾਨੀ ਪਰਿਵਾਰਾਂ 'ਚੋਂ ਜਨਮ ਲਿਆ। ਕਿਸਾਨੀ ਸਾਡਾ ਕਿੱਤਾ ਆ। ਠੀਕ ਆ, ਅਸੀਂ ਕੋਈ ਨਾ ਕੋਈ ਸਿਆਸੀ ਪਾਰਟੀ ਨੂੰ ਬਿਲੋਂਗ ਕਰਦੇ ਆ, ਉਹ ਵੱਖਰੀ ਗੱਲ ਆ। ਲੇਕਿਨ ਅੱਜ ਸਾਡਾ ਮੁੱਢਲਾ ਫਰਜ਼ ਬਣਦਾ ਕਿ ਕਿਸਾਨਾਂ ਦੇ ਨਾਲ ਖੜਨ ਦਾ, ਕਿਸਾਨਾਂ ਦੀ ਸਪੋਰਟ ਕਰਨ ਦਾ, ਉਹ ਅਸੀਂ ਕਰਨਾ ਹੈ। ਅੱਜ ਖਹਿਰਾ ਸਾਹਿਬ 2 ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ, ਹੋਰ ਕਿੰਨੇ ਦਿਨ ਦਿੱਲੀ ਦੇ ਵਿੱਚ ਡਟੇ ਰਹੋਗੇ ਕਿਸਾਨਾਂ ਨਾਲ? ਦੇਖੋ, ਪਰਿਵਾਰਾਂ ਸਮੇਤ ਜਿਹੜੇ ਆਏ ਹੋਏ ਨੇ ਸੰਗਤ, ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ ਵੀ ਜਿਹੜਾ ਅੰਦੋਲਨ ਚੱਲ ਰਿਹਾ ਸੀ, ਉੱਥੇ ਵੀ ਜਿਹੜਾ ਹੈਗਾ ਇਹ ਗੱਲ ਕਹੀ ਸੀ ਵੀ ਕਿਸਾਨਾਂ ਦੇ ਮਗਰ ਆ। ਔਰ ਹੁਣ ਜਿਹੜਾ ਹੈਗਾ ਜਿੰਨਾ ਚਿਰ ਇਹ ਨਹੀਂ ਹੱਲ ਹੁੰਦਾ, ਉਹਨਾਂ ਚਿਰ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਪੂਰਾ ਮਦਦ ਕਰਾਂਗੇ। ਜਿੱਥੇ ਕਿਤੇ ਸਾਡੀ ਲੋੜ ਹੈ ਉੱਥੇ ਨਾਲ ਖੜਾਂਗੇ। ਔਰ ਹਰ ਜਿਹੜਾ ਹੈਗਾ ਅੰਦੋਲਨ, ਜਿਹੜਾ ਵੀ ਜੋ ਕਿਸਾਨ ਗਾਹਾਂ ਰੂਪਰੇਖਾ ਤਿਆਰ ਕਰਨਗੇ, ਉਹਦੇ ਵਿੱਚ ਪੂਰੀ ਜਿਹੜੀ ਸਪੋਰਟ ਕਰਾਂਗੇ। ਸੋ ਬਾਕੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਕੋਦਰ ਤੋਂ ਵਿਧਾਇਕ ਸਰਦਾਰ ਗੁਰਪ੍ਰਤਾਪ ਸਿੰਘ ਬਰਾੜਾ ਤੇ ਹਲਕਾ ਫਲੋਰ ਤੋਂ ਬਲਦੇਵ ਸਿੰਘ ਖਹਿਰਾ ਜੀ ਵੀ ਇੱਥੇ ਪਹੁੰਚੇ। ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਕਿਸਾਨ ਡਟੇ ਹੋਏ ਆ, ਉਹਨਾਂ ਦੇ ਨਾਲ ਸਾਥ ਦੇਵਾਂਗੇ ਤੇ ਜਲਦ ਤੋਂ ਜਲਦ ਕੇਂਦਰੀ ਸਰਕਾਰ ਨੂੰ ਜਿਹੜੇ ਕਿਸਾਨਾਂ ਦੇ ਖਿਲਾਫ ਬਿੱਲ ਪਾਸ ਕੀਤੇ ਆ, ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਆ। ਕੈਮਰਾਮੈਨ ਪ੍ਰੇਮ ਚਾਚੋ ਨਾਲ ਹਰਦੀਪ ਸਿੰਘ ਤੱਗੜ, ਸਾਂਝ TV, ਦਿੱਲੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੋਹਿਤ ਗੁਪਤਾ ਬ੍ਰਿਟਿਸ਼ ਐਜੂਕੇਸ਼ਨ ਤੋਂ। ਅੱਜ ਅਸੀਂ ਯੂਕੇ ਦਾ ਇੱਕ ਹੋਰ ਵੀਜ਼ਾ ਦਿੱਤਾ ਵਾ। ਸਰਵਿਸ ਵਾਲੀ ਯੋਦਾ ਮੈਂ ਮੇਰੇ ਫਰੈਂਡ ਨੇ ਰਿਕਮੈਂਡ ਕੀਤਾ ਸੀ ਕੋ ਫਾਈਲ ਇਥੋਂ ਬ੍ਰਿਟਿਸ਼ ਐਜੂਕੇਸ਼ਨ ਲਵਾਓ ਤੇ ਅੱਜ ਮੇਰਾ ਵੀਜ਼ਾ ਆਇਆ। ਆਈ ਐਮ ਵੈਰੀ ਹੈਪੀ, ਮਾਈ ਪੇਰੈਂਟਸ ਆਰ ਆਲਸੋ ਹੈਪੀ। ਅਸੀਂ ਸਪਾਊਸ ਵੀਜ਼ੇ ਦੇ ਨਾਲ ਜਾ ਕੇ ਯੂਕੇ ਸਟੱਡੀ ਕੰਟੀਨਿਊ ਕਰਨ 'ਚ ਬਹੁਤ ਖੁਸ਼ ਹਾਂ ਤੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਸਟੱਡੀ ਵੀਜ਼ਾ ਤੇ ਵੀਜ਼ੇ ਸਪਾਊਸ ਦੇ ਨਾਲ ਯੂਕੇ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਬ੍ਰਿਟਿਸ਼ ਐਜੂਕੇਟ ਜ਼ਰੂਰ ਵਿਜ਼ਿਟ ਕਰਿਓ। ਥੈਂਕ ਯੂ। ਮੈਨੂੰ ਬਹੁਤ ਹੀ ਮੈਂ ਥੈਂਕਫੁਲ ਹਾਂ ਬ੍ਰਿਟਿਸ਼ ਐਜੂਕੇਟ ਤੇ ਕਿ ਮੈਨੂੰ ਮੇਰਾ ਵੀਜ਼ਾ ਵਿਦਿਨ 5 ਡੇਜ਼ ਮਿਲਿਆ। ਮੈਨੂੰ ਇਹਨਾਂ ਦੀਆਂ ਸਰਵਿਸ ਬਹੁਤ ਵਧੀਆ ਲੱਗੀਆਂ। ਮੇਰੀ ਸਾਰੀ ਪੇਮੈਂਟ ਆਫਟਰ ਵੀਜ਼ਾ ਸੀਗੀ। ਮੈਨੂੰ ਕੋਈ ਵੀ ਇੱਥੇ ਆਪਣੀ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ। ਬੜੀ ਖੁਸ਼ੀ ਵਾਲੀ ਗੱਲ ਆ, ਪ੍ਰਭੂ ਕਿਰਪਾ ਨਾਲ ਅੱਜ ਅਸੀਂ ਯੂਕੇ ਦੇ 12 ਵੀਜ਼ੇ ਲੱਤੇ ਨੇ। ਫਸਟ ਆਫ ਆਲ ਤਾਂ ਮੈਂ ਸਭ ਨੂੰ ਕੰਗ੍ਰੈਸ ਕਰਨਾ ਚਾਹੂੰਗਾ। ਆਫਟਰ ਲੋਕਡਾਊਨ ਹੁਣ ਤੱਕ ਅਸੀਂ 72 ਯੂਕੇ ਸਟੂਡੈਂਟ ਵੀਜ਼ਾ ਲੈ ਚੁੱਕੇ ਨੇ। ਸਾਡਾ ਸਕਸੈਸ ਰੇਟ 100% ਆ। ਜੇਕਰ ਤੁਸੀਂ ਆਪਣੇ ਸਪਾਊਸ ਤੇ ਆਪਣੇ ਬੱਚੇ ਨਾਲ ਆਪਣਾ ਫਿਊਚਰ ਯੂਕੇ ਵੀ ਦੇਖ ਰਹੇ ਹੋ ਤੇ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ।